ਹੈਲੋ एवरीवन ਵੈਲਕਮ ਬੈਕ ਟੂ ਯਰ ਓਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਜੋ ਫਿਜ਼ਿਕਸ ਦੀ ਮਾਸਟਰ ਕੈਡਰ ਦੀ ਸੀਰੀਜ਼ ਸਟਾਰਟ ਕੀਤੀ ਹੈ ਉਸ ਨੂੰ ਕੰਟੀਨਿਊ ਕਰਾਂਗੇ, ਜੋ ਤੁਹਾਡੇ ਐਗਜ਼ਾਮ ਦੇ ਲਈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੀ ਹੈ। ਸਟਾਰਟ ਕਰਦੇ ਹਾਂ। ਅੱਜ ਦਾ ਜੋ ਆਪਣਾ ਟੌਪਿਕ ਹੋਏਗਾ ਉਹ ਹੋਏਗਾ ਲੇਜ਼ਰ, ਜਿਸ ਦਾ ਆਪਾਂ ਪਾਰਟ 1 ਕੰਪਲੀਟ ਕਰ ਚੁੱਕੇ ਹਾਂ। ਅੱਜ ਹੋਏਗਾ ਪਾਰਟ 2 ਲੇਜ਼ਰ ਦਾ। ਅਗਰ ਤੁਸੀਂ ਪਾਰਟ 1 ਨਹੀਂ ਦੇਖਿਆ ਪਹਿਲਾਂ ਪਾਰਟ 1 ਨੂੰ ਦੇਖ ਲਓ ਸੋ ਦੈਟ ਤੁਹਾਡੇ ਬੇਸਿਕ ਕਲੀਅਰ ਹੋ ਜਾਣ। ਸਟਾਰਟ ਕਰਦੇ ਹਾਂ। ਅੱਜ ਦੇਖੋ ਆਪਾਂ ਲੇਜ਼ਰ ਦੀ ਬੇਸਿਕ ਗੱਲ ਕਰ ਚੁੱਕੇ ਸੀ ਕਿ ਲੇਜ਼ਰ ਹੁੰਦੀ ਕੀ ਹੈ, ਉਸ ਦੀਆਂ ਕੀ ਪ੍ਰੋਪਰਟੀਜ਼ ਹੈ, ਕਿੱਥੇ ਕਿੱਥੇ ਆਪਾਂ ਲੇਜ਼ਰਸ ਨੂੰ ਯੂਜ਼ ਕਰਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਕੰਪੋਨੈਂਟ ਆਫ ਲੇਜ਼ਰਸ। ਲੇਜ਼ਰਸ ਦੇ ਜੋ ਕੰਪੋਨੈਂਟ ਹੈ ਉਹਨਾਂ ਨੂੰ ਕੀ ਕਰਾਂਗੇ, ਡਿਸਕਸ ਕਰਾਂਗੇ। ਮੇਨਲੀ 3 ਕੰਪੋਨੈਂਟ ਹੈ: ਸਟਿਮੂਲੇਟਡ ਅਬਜ਼ੌਰਪਸ਼ਨ, ਸਪੌਂਟੇਨੀਅਸ ਅਮਿਸ਼ਨ ਐਂਡ ਸਟਿਮੂਲੇਟਡ ਅਮਿਸ਼ਨ। ਇਹਨਾਂ ਤਿੰਨਾਂ ਨੂੰ ਪ੍ਰੋਪਰਲੀ ਆਪਾਂ ਡਿਸਕਸ ਕਰਾਂਗੇ ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਇਹ ਤਿੰਨੋਂ ਕੀ ਹੈ ਮੈਂਸ਼ਨ ਕੀਤੇ ਹੋਏ ਹੈ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਕੀ ਹੈ ਆਪਣੇ ਕੋਲ, ਸਟਿਮੂਲੇਟਡ ਅਬਜ਼ੌਰਪਸ਼ਨ। ਇਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕੋਈ ਵੀ ਅਟੋਮਿਕ ਸਿਸਟਮ ਹੈ, ਇਸ ਦੇ ਵਿੱਚ ਮੇਨਲੀ ਆਪਾਂ ਗੱਲ ਕਿਸ ਦੀ ਕਰਾਂਗੇ, ਅਟੋਮਿਕ ਸਿਸਟਮ ਦੀ, ਜੋ ਕੀ ਦੱਸਦਾ ਆਪਾਂ ਨੂੰ ਡਿਸਕ੍ਰੀਟ એનર્ਜੀ ਸਟੇਟ ਮੀਨਸ ਜੋ ਫਿਕਸਡ ਉਹਨਾਂ ਦੀਆਂ એનર્ਜੀ ਸਟੇਟ ਬਾਰੇ ਦੱਸਦਾ। ਯੂਜ਼ਲੀ ਜੋ ਐਟਮ ਹੈ ਉਹ ਕੀ ਕਰਦਾ, ਓਕੂਪਾਈ ਕਰਦਾ ਲੋਐਸਟ એનર્ਜੀ ਨੂੰ। ਕਿਸ ਨੂੰ ਓਕੂਪਾਈ ਕਰਦਾ, ਲੋਐਸਟ ਜੋ એનર્ਜੀਜ਼ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਕੀ ਬੋਲਦੇ ਹਾਂ, ਗਰਾਊਂਡ ਸਟੇਟ ਬੋਲਦੇ ਹਾਂ। ਦੇਖੋ ਅਗਰ ਮੈਂ ਗੱਲ ਕਰਾਂ ਇੱਕ ਐਟਮ ਦੀ, ਅਗਰ ਇੱਕ ਐਟਮ ਦੀ ਗੱਲ ਕਰਾਂ, ਇਸ ਤਰ੍ਹਾਂ ਨਾਲ ਆਪਾਂ ਬਣਾਉਂਦੇ ਹਾਂ, ਇਸ ਤਰ੍ਹਾਂ ਨਾਲ ਐਵੇਂ ਸਰਕਲਸ ਬਣਦੇ ਆ। ਦੇਖੋ ਜੋ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਹੈ ਉਸ ਨੂੰ ਆਪਾਂ ਕੀ ਬੋਲਦੇ ਹਾਂ, ਸੈਂਟਰ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ, ਨਿਊਕਲੀਅਸ। ਸੈਂਟਰ ਦੇ ਵਿੱਚ ਆਪਣੇ ਕੋਲ ਕੀ ਪ੍ਰੈਜ਼ੈਂਟ ਹੁੰਦਾ, ਨਿਊਕਲੀਅਸ, ਜਿਸ ਦੇ ਵਿੱਚ ਦੇਖੋ ਕੀ ਹੁੰਦੇ ਆ, ਪ੍ਰੋਟੋਨ ਵੀ ਹੁੰਦੇ ਆ ਐਂਡ ਨਿਊਟਰੋਨ। ਦੋ ਚੀਜ਼ਾਂ ਕੀ ਹੁੰਦੀਆਂ ਨੇ, ਪ੍ਰੈਜ਼ੈਂਟ ਹੁੰਦੀਆਂ ਨੇ ਕਿਸ ਦੇ ਵਿੱਚ, ਨਿਊਕਲੀਅਸ ਦੇ ਵਿੱਚ, ਆ ਸੈਂਟਰ ਵਾਲਾ ਪੁਆਇੰਟ। ਨੈਕਸਟ ਜੋ ਆਪਣੇ ਕੋਲ ਕੀ ਦਿੱਤੇ ਹੋਏ ਨੇ, એનર્ਜੀ ਲੈਵਲ ਹੈ। ਜਿਵੇਂ ਆ ਫਸਟ એનર્ਜੀ ਲੈਵਲ ਹੈ, ਦੈਨ ਸੈਕਿੰਡ એનર્ਜੀ ਲੈਵਲ ਆਪਣੇ ਕੋਲ, ਦਿਸ ਵਨ ਸੈਕਿੰਡ ਐਂਡ ਥਰਡ એનર્ਜੀ ਲੈਵਲ ਅਪ ਟੂ ਸੋ ਔਨ। ਬਹੁਤ ਸਾਰੇ એનર્ਜੀ ਲੈਵਲ ਹੁੰਦੇ ਆ। ਦੇਖੋ ਇਹਨਾਂ ਨੂੰ ਕਿੱਦਾਂ ਲਿਖਦੇ ਆ ਆਪਾਂ, ਫਸਟ ਵਨ ਨੂੰ ਡਿਨੋਟ ਕੀਤਾ ਜਾਂਦਾ ਹੈ ਕੇ ਦੇ ਨਾਲ, ਸੈਕਿੰਡ ਵਨ ਨੂੰ ਐਲ ਦੇ ਨਾਲ ਐਂਡ ਥਰਡ ਵਾਲੇ ਨੂੰ ਐਮ ਦੇ ਨਾਲ। ਅੱਗੇ ਸੋ ਔਨ ਚੱਲਦੇ ਰਹਿੰਦੇ, ਕੇ ਐਲ ਐਮ ਐਨ ਅਪ ਟੂ ਸੋ ਔਨ। ਕਲੀਅਰ। ਦੇਖੋ ਹੁਣ ਕੇ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ, 2 ਆਪਾਂ ਲਿਖਦੇ ਹਾਂ। ਐਲ ਦੇ ਵਿੱਚ ਕਿੰਨੇ ਪ੍ਰੈਜ਼ੈਂਟ ਹੁੰਦੇ ਆ, 8। ਦੈਨ ਅਗਰ ਮੈਂ ਗੱਲ ਕਰਾਂ ਐਮ ਦੇ ਵਿੱਚ ਕਿੰਨੇ ਪ੍ਰੈਜ਼ੈਂਟ ਹੁੰਦੇ ਆ, 18। ਨੈਕਸਟ ਅਗਰ ਗੱਲ ਕਰਾਂ ਐਨ ਦੀ, ਐਨ ਦੇ ਵਿੱਚ ਕਿੰਨੇ ਪ੍ਰੈਜ਼ੈਂਟ ਹੁੰਦੇ ਆ, 32। ਇਹ ਕੀ ਹੈ ਆਪਣੇ ਕੋਲ ਗਿਵਨ ਹੈ ਕਿ ਕਿੰਨੇ ਕਿੰਨੇ ਇਲੈਕਟ੍ਰੋਨਸ ਕੀ ਹੈ ਪ੍ਰੈਜ਼ੈਂਟ ਹੁੰਦੇ ਆ, ਜੋ ਸ਼ੈਲਸ ਪ੍ਰੈਜ਼ੈਂਟ ਹੁੰਦੇ ਆ। ਆਈ ਹੋਪ ਤੁਹਾਨੂੰ ਬੇਸਿਕ ਕੀ ਹੈ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ, ਦੇਖੋ ਸਟਿਮੂਲੇਟਡ ਅਬਜ਼ੌਰਪਸ਼ਨ ਦੀ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਐਗਜ਼ਾਮਪਲ ਦੇ ਨਾਲ ਸਮਝਾਂਗੇ ਇਸ ਨੂੰ। ਦੇਖੋ ਹੁਣ ਮੰਨ ਲਓ ਮੈਨੇ ਕੋਈ ਵੀ ਆ ਸੈਂਟਰ ਦੇ ਵਿੱਚ ਆਪਣੇ ਕੋਲ ਨਿਊਕਲੀਅਸ ਪ੍ਰੈਜ਼ੈਂਟ ਹੈ। ਲੀਥੀਅਮ ਦੀ ਐਗਜ਼ਾਮਪਲ ਲੈਂਦੇ ਹਾਂ। ਲੀਥੀਅਮ ਦਾ ਅਟੋਮਿਕ ਨੰਬਰ ਕਿੰਨਾ ਆਪਣੇ ਕੋਲ, 3। ਦੇਖੋ ਅਗਰ ਮੈਂ ਗੱਲ ਕਰਾਂ ਸੈਂਟਰ ਦੇ ਵਿੱਚ ਕੀ ਪ੍ਰੈਜ਼ੈਂਟ ਹੈ, ਨਿਊਕਲੀਅਸ। ਅੱਗੇ ਕੀ ਪ੍ਰੈਜ਼ੈਂਟ ਹੁੰਦੇ ਨੇ, ਸ਼ੈਲ ਪ੍ਰੈਜ਼ੈਂਟ ਹੁੰਦੇ ਆ ਇਸ ਤਰ੍ਹਾਂ ਨਾਲ ਪ੍ਰੈਜ਼ੈਂਟ। ਦੇਖੋ ਹੁਣ ਇਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ, ਜਸਟ ਅ ਸੈਕਿੰਡ, ਹਾਂਜੀ, ਲੀਥੀਅਮ ਦਾ ਅਟੋਮਿਕ ਨੰਬਰ 3 ਹੈ ਤਾਂ ਅੰਦਰ ਕਿੰਨੇ ਇਲੈਕਟ੍ਰੋਨ ਹੋਣਗੇ, 2, ਜੋ ਕੇ ਸ਼ੈਲ ਹੈ। 3 ਹੁੰਦੇ ਤੇ ਬਾਹਰ ਵਾਲੇ ਦੇ ਵਿੱਚ ਕੀ ਆ ਜਾਏਗਾ, 1 ਆ ਜਾਏਗਾ। ਇਸ ਤਰ੍ਹਾਂ ਨਾਲ ਇਹ ਆਪਣੇ ਕੋਲ ਕੀ ਹੈ, ਕੇ ਸ਼ੈਲ। ਨੈਕਸਟ ਆਪਣੇ ਕੋਲ ਕੀ ਹੈ, ਐਲ। ਐਲ ਦੇ ਵਿੱਚ ਕਿੰਨੇ ਆ ਗਏ ਆਪਣੇ ਕੋਲ, 1 ਇਲੈਕਟ੍ਰੋਨ ਐਂਡ ਕੇ ਦੇ ਵਿੱਚ ਕਿੰਨੇ ਆ ਗਏ, 2 ਇਲੈਕਟ੍ਰੋਨ। ਨੈਕਸਟ ਅਗਰ ਆਪਾਂ ਗੱਲ ਕਰੀਏ, ਦੇਖੋ ਹੁਣ ਕੋਈ ਵੀ ਇਹਨਾਂ ਨੂੰ ਕੀ ਹੈ ਆਪਾਂ ਨੇ એનર્ਜੀ ਪ੍ਰੋਵਾਈਡ ਕੀਤੀ, ਐਚ ਨਿਊ। ਐਚ ਨਿਊ એનર્ਜੀ ਪ੍ਰੋਵਾਈਡ ਕੀਤੀ, ਜੋ ਆਪਣੇ ਕੋਲ ਇਲੈਕਟ੍ਰੋਨ ਹੈ ਜੋ ਗਰਾਊਂਡ ਸਟੇਟ ਦੇ ਵਿੱਚ ਪ੍ਰੈਜ਼ੈਂਟ ਹੈ ਉਹ ਕਿਸ 'ਚ ਚੱਲ ਜੂਗਾ, ਐਕਸਾਈਟਡ ਸਟੇਟ ਦੇ ਵਿੱਚ ਚੱਲ ਜੂ। ਮੀਨਸ ਇਸ ਤਰ੍ਹਾਂ ਨਾਲ ਬਣ ਜਾਏਗਾ। ਆ ਸ਼ੈਲ ਨੇ ਤੁਹਾਡੇ ਕੋਲ, ਦੇਖੋ ਜੋ ਗਰਾਊਂਡ ਸਟੇਟ ਦੇ ਵਿੱਚ ਪ੍ਰੈਜ਼ੈਂਟ ਸੀਗੇ ਉਹ ਕਿੱਥੇ ਚੱਲ ਜਾਣਗੇ, ਐਕਸਾਈਟਡ ਸਟੇਟ। ਮੀਨਸ ਗਰਾਊਂਡ ਦੇ ਵਿੱਚ 1 ਰਹਿ ਜਾਏਗਾ, 2 ਕਿਸ ਦੇ ਵਿੱਚ ਹੋ ਜਾਣਗੇ, ਐਕਸਾਈਟਡ ਦੇ ਵਿੱਚ ਹੋ ਜਾਣਗੇ। ਕਲੀਅਰ। ਇਹ ਕੀ ਹੋਇਆ, ਆਫਟਰ ਅਬਜ਼ੌਰਪਸ਼ਨ, ਜਦੋਂ ਉਹਨਾਂ ਨੇ ਕੀ ਕਰ ਲਿਆ, ਐਚ ਨਿਊ ਨੂੰ ਅਬਜ਼ੌਰਬ ਕਰ ਲਿਆ। ਇਹ ਕੀ ਹੈ, ਬਿਫੋਰ ਅਬਜ਼ੌਰਪਸ਼ਨ। ਅਬਜ਼ੌਰਬ ਦਾ ਮਤਲਬ ਹੁੰਦਾ ਸੋਖ ਲੈਣਾ। ਜਦੋਂ ਸੋਖ ਲਿਆ ਤਾਂ ਹੁਣ ਐਚ ਨਿਊ ਦੀ ਵੈਲਿਊ ਕਿੱਦਾਂ ਕੱਢਾਂਗੇ, ਐਚ ਨਿਊ ਕਿਸ ਦੇ ਇਕੁਅਲ ਆ ਗਿਆ ਸੀ ਆਪਣੇ ਕੋਲ, E2 ਮਾਈਨਸ E1। ਦੇਖੋ ਹੁਣ E2 ਮਾਈਨਸ E1 ਕੀ ਹੈ, E2 ਆਪਣੇ ਕੋਲ ਕੀ ਹੈ, એનર્ਜੀ ਲੈਵਲ ਹੈ ਜੋ ਐਕਸਾਈਟਡ ਹੈ। E2 ਦਾ ਮਤਲਬ ਕੀ ਹੈ, ਐਕਸਾਈਟਡ એનર્ਜੀ ਲੈਵਲ।
ਐਂਡ E1 ਦਾ ਮਤਲਬ ਕੀ ਹੈ, ਜੋ ਗਰਾਊਂਡ ਸਟੇਟ ਸੀ। ਜਿੱਦਾਂ ਹੀ ਇਲੈਕਟ੍ਰੋਨ ਗਿਆ ਹਾਇਰ ਟੂ ਲੋਅਰ, ਇਹਨੂੰ ਸਬਟਰੈਕਟ ਕਰਕੇ ਆਪਣੇ ਕੋਲ ਐਚ ਨਿਊ ਦੀ ਕੀ ਵੈਲਿਊ ਆ ਜਾਊਗੀ। ਠੀਕ ਹੈ ਜੀ। ਦੇਖੋ ਹੁਣ ਇਸ ਨੂੰ ਕੀ ਹੈ, ਪ੍ਰੋਪਰ ਵੇ ਦੇ ਵਿੱਚ ਸਮਝਦੇ ਹਾਂ। ਲੈਟ ਕਰ ਲਓ, ਆਪਾਂ ਕਲੀਅਰ ਕਰਦੇ ਹਾਂ ਨੈਕਸਟ ਸ਼ੀਟ ਤੇ। ਹਾਂਜੀ, ਫਸਟ ਵਨ ਆਪਾਂ ਡਿਸਕਸ ਕਰਦੇ ਹਾਂ। ਦੇਖੋ ਹੁਣ ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਗਰਾਊਂਡ ਸਟੇਟ ਹੈ ਜਿਸ ਦੀ ਵੈਲਿਊ ਕਿੰਨੀ ਹੈ, E1 ਹੈ ਆਪਣੇ ਕੋਲ। ਸੈਕਿੰਡ ਵਨ ਕੀ ਹੈ, E2। ਆਪਣੇ ਕੋਲ ਜੋ ਫੋਟੋਨ ਪ੍ਰੈਜ਼ੈਂਟ ਹੈ, ਸੌਰੀ ਜੋ ਇਲੈਕਟ੍ਰੋਨ ਪ੍ਰੈਜ਼ੈਂਟ ਹੈ, ਉਹ ਕਿੱਥੇ, ਗਰਾਊਂਡ ਸਟੇਟ ਦੇ ਵਿੱਚ ਪ੍ਰੈਜ਼ੈਂਟ ਹੈ, ਨੀਚੇ ਪ੍ਰੈਜ਼ੈਂਟ ਹੈ। ਜਿੱਦਾਂ ਹੀ ਕੋਈ ਐਚ ਨਿਊ ਫੋਟੋਨ ਆਇਆ, ਐਚ ਨਿਊ ਫੋਟੋਨ ਮੀਨਸ ਲਾਈਟ ਆਈ, ਤਾਂ ਇਹ ਜੋ ਗਰਾਊਂਡ ਸਟੇਟ ਦੇ ਵਿੱਚ ਆਪਣੇ ਕੋਲ ਇਲੈਕਟ੍ਰੋਨ ਪ੍ਰੈਜ਼ੈਂਟ ਹੈ, ਇਹ ਕੀ ਕਰ ਜਾਏਗਾ, ਐਕਸਾਈਟ ਕਰ ਜਾਏਗਾ। ਐਕਸਾਈਟ ਕਰਨ ਤੋਂ ਬਾਅਦ ਇਹ ਕੀ ਹੋ ਜਾਏਗਾ, ਇਸ ਤਰ੍ਹਾਂ ਨਾਲ ਬਣ ਜਾਏਗਾ। ਦੇਖੋ ਜਿੱਦਾਂ ਹੀ ਐਕਸਾਈਟ ਕੀਤਾ ਉੱਪਰ ਨੂੰ ਚਲਾ ਜਾਏਗਾ, ਐਕਸਾਈਟਡ ਸਟੇਟ ਦੇ ਵਿੱਚ ਚਲਾ ਜਾਏਗਾ। ਕਲੀਅਰ। ਇਹ ਕੀ ਸੀ ਆਪਣੇ ਕੋਲ, ਬਿਫੋਰ ਅਬਜ਼ੋਰਪਸ਼ਨ। ਜੋ ਇਹ ਆਪਣੇ ਕੋਲ ਬਣਿਆ ਕੀ ਹੈ, ਆਫਟਰ ਅਬਜ਼ੋਰਪਸ਼ਨ। ਅਬਜ਼ੋਰਪਸ਼ਨ ਕਰਨ ਤੋਂ ਬਾਅਦ ਉਹ ਕਿੱਥੇ ਵਗ ਗਿਆ, ਐਕਸਾਈਟਡ ਸਟੇਟ, ਜੋ ਇਲੈਕਟ੍ਰੋਨ ਪ੍ਰੈਜ਼ੈਂਟ ਹੈ ਮੀਨਸ E2 ਦੇ ਵਿੱਚ ਚਲਾ ਗਿਆ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਕਿ ਜਦੋਂ ਆਪਾਂ ਫੋਟੋਨ ਆਫ ਐਨਰਜੀ ਕੀ ਕੀਤੀ, ਪ੍ਰੋਵਾਈਡ ਕੀਤੀ, ਕਿਸ ਤੋਂ, ਇੱਕ ਇਲੈਕਟ੍ਰੋਨ ਨੂੰ ਸਪਲਾਈ ਕੀਤੀ ਐਟਮ ਨੂੰ, ਤਾਂ ਉਹ ਕਿਹਦੇ ਵਿੱਚ ਮੂਵ ਹੋ ਗਿਆ, ਐਕਸਾਈਟਡ ਸਟੇਟ ਦੇ ਵਿੱਚ ਕੀ ਹੋ ਗਿਆ, ਮੂਵ ਹੋ ਗਿਆ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ। ਇਸ ਨੂੰ ਕੀ ਬੋਲਦੇ ਹਾਂ ਆਪਾਂ, ਸਟਿਮੂਲੇਟਡ ਅਬਜ਼ੋਰਪਸ਼ਨ ਬੋਲਦੇ ਹਾਂ। ਇਹ ਜੋ ਪ੍ਰੋਸੈਸ ਹੈ ਇਹ ਸਟਿਮੂਲੇਟਡ ਅਬਜ਼ੋਰਪਸ਼ਨ ਹੈ, ਕਿਉਂਕਿ ਇਸ ਦੇ ਵਿੱਚ ਕੀ ਕੀਤਾ ਗਿਆ, ਐਨਰਜੀ ਨੂੰ, ਐਚ ਨਿਊ ਨੂੰ, ਜੋ ਫੋਟੋਨ ਹੈ ਉਸਨੂੰ ਕੀ ਕਰ ਲਿਆ ਗਿਆ, ਅਬਜ਼ੋਰਬ ਕਰ ਲਿਆ ਗਿਆ। ਕਲੀਅਰ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਇਹ। ਨੈਕਸਟ ਆਪਾਂ ਗੱਲ ਕਰਾਂਗੇ, ਜੋ ਨੈਕਸਟ ਆਪਣੇ ਕੋਲ ਟੌਪਿਕ ਹੈ ਸਪੌਂਟੇਨੀਅਸ ਅਮਿਸ਼ਨ ਦੀ। ਦੇਖੋ ਸਪੌਂਟੇਨੀਅਸ ਅਮਿਸ਼ਨ, ਦੇਖੋ ਸਪੌਂਟੇਨੀਅਸ ਦਾ ਮਤਲਬ ਕੀ ਹੁੰਦਾ, ਜੋ ਅਚਾਨਕ ਅਗਰ ਆਪਾਂ ਕਹੀਏ ਗਲੋ ਕਰ ਜੇ ਕੋਈ ਚੀਜ਼, ਜਿੱਦਾਂ ਬੱਲਬ ਚੱਲਦੇ ਆ ਸਪੌਂਟੇਨੀਅਸ ਚੱਲਦੇ ਰਹਿਣ। ਹੁਣ ਇਹਦੇ ਵਿੱਚ ਕੀ ਹੈ, ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਦੋ ਸਿਮਿਲਰਲੀ ਉੱਦਾਂ ਹੀ ਸਟੇਟਸ ਹੋਣਗੇ, E1 ਐਂਡ E2। ਕਲੀਅਰ। ਹੁਣ ਇਹਦੇ ਵਿੱਚ ਦੇਖੋ ਆਪਾਂ ਨੇ ਲਾਸਟ ਕੀ ਗੱਲ ਕੀਤਾ ਸੀ, ਕਿੱਥੇ ਪ੍ਰੈਜ਼ੈਂਟ ਹੋਏਗਾ, ਐਕਸਾਈਟਡ ਸਟੇਟ ਦੇ ਵਿੱਚ ਕੀ ਹੈ, ਕੋਈ ਇਲੈਕਟ੍ਰੋਨ ਪ੍ਰੈਜ਼ੈਂਟ ਹੈ। ਕਿੰਨੇ ਟਾਈਮ ਲਈ ਪ੍ਰੈਜ਼ੈਂਟ ਹੁੰਦਾ, ਨੀਅਰ ਅਬਾਊਟ 10⁻⁻8 to -9 ਸੈਕਿੰਡਸ ਦੇ ਲਈ ਕੀ ਹੈ, ਇੱਥੇ ਪ੍ਰੈਜ਼ੈਂਟ ਹੁੰਦਾ। ਇੰਨੇ ਕੁ ਟਾਈਮ ਲਈ ਹੀ ਐਕਸਾਈਟਡ ਸਟੇਟ ਦੇ ਵਿੱਚ ਹੁੰਦਾ। ਦੇਖੋ ਹੁਣ ਕੀ ਹੈ, ਅਮੀਸ਼ਨ ਦਾ ਮਤਲਬ ਕੀ ਹੈ, ਅਬਜ਼ੋਰਪਸ਼ਨ ਦਾ ਮਤਲਬ ਸੀ ਅਬਜ਼ੋਰਬ ਕਰ ਲੈਣਾ, ਸੋਖ ਲੈਣਾ। ਅਮੀਸ਼ਨ ਦਾ ਕੀ ਮਤਲਬ ਹੈ, ਅਮਿਟ ਕਰ ਦੇਣਾ, ਮੀਨਸ ਰਿਲੀਜ਼ ਕਰ ਦੇਣਾ। ਹੁਣ ਕੀ ਹੋਇਆ, ਜਦੋਂ ਕੀ ਹੈ, ਆਪਾਂ ਬਣਾ ਲਈਏ ਜਸਟ ਸੈਕਿੰਡ, ਇਹ ਆਪਣੇ ਕੋਲ ਕੀ ਹੈ, E1, ਉੱਪਰ ਕੀ ਹੈ, E2। ਜਦੋਂ ਕੀ ਹੋਇਆ, ਅਮੀਸ਼ਨ ਹੋਈ, ਐਚ ਨਿਊ ਦੀ ਅਮੀਸ਼ਨ ਹੋਈ, ਮੀਨਸ ਐਚ ਨਿਊ ਕੀ ਕੀਤਾ, ਰਿਲੀਜ਼ ਕੀਤਾ। ਤਾਂ ਜੋ ਆਪਣੇ ਕੋਲ ਐਕਸਾਈਟਡ ਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਸੀ, ਉਹ ਕੀ ਆ ਜਾਊਗਾ, ਨੀਚੇ ਆ ਜਾਊਗਾ। ਜਿੱਦਾਂ ਹੀ ਗਰਾਊਂਡ ਸਟੇਟ ਤੇ ਆ ਜਾਏਗਾ, ਜਿਵੇਂ ਹੀ ਐਚ ਨਿਊ ਐਨਰਜੀ ਕੀ ਹੋਈ, ਅਮਿਟ ਕਰਤੀ, ਰਿਲੀਜ਼ ਕਰਤੀ, ਤਾਂ ਆਪਣੇ ਕੋਲ ਵਾਪਿਸ ਜੋ ਇਲੈਕਟ੍ਰੋਨ ਸੀ ਕਿੱਥੇ ਆ ਜਾਏਗਾ, ਗਰਾਊਂਡ ਸਟੇਟ ਦੇ ਵਿੱਚ ਆ ਜਾਏਗਾ। ਕਲੀਅਰ। ਇਸ ਨੂੰ ਆਪਾਂ ਕੀ ਬੋਲਦੇ ਹਾਂ, ਸਪੌਂਟੇਨੀਅਸ ਅਮਿਸ਼ਨ। ਆਈ ਹੋਪ ਤੁਹਾਨੂੰ ਇਹ ਵੀ ਜੋ ਪੁਆਇੰਟ ਹੈ ਉਹ ਕਲੀਅਰ ਹੋ ਚੁੱਕਿਆ ਹੋਣਾ। ਨੈਕਸਟ ਆਪਾਂ ਗੱਲ ਕਰਦੇ ਹਾਂ। ਦੇਖੋ ਜੋ ਨੈਕਸਟ ਆਪਣੇ ਕੋਲ ਗਿਵਨ ਹੈ ਸਟਿਮੂਲੇਟਡ ਅਮਿਸ਼ਨ, ਜੋ ਥਰਡ ਵਨ ਸੀ ਆਪਣੇ ਕੋਲ, ਦੇਖੋ ਉਸ ਦੇ ਵਿੱਚ ਕੀ ਹੈ, ਥਰਡ ਹੈ ਆਪਣੇ ਕੋਲ ਸਟਿਮੂਲੇਟਡ ਅਮਿਸ਼ਨ। ਇਸ ਦੇ ਵਿੱਚ ਵੀ ਕੀ ਹੁੰਦਾ, ਪਹਿਲਾਂ ਮੈਂ ਸਟ੍ਰੇਟਸ ਬਣਾ ਲੈਂਦੀ ਹਾਂ ਇਸ ਤਰ੍ਹਾਂ ਨਾਲ, ਕੀ ਆਪਣੇ ਕੋਲ E1 ਦੈਨ E2 ਉੱਪਰ ਵਾਲੀ ਐਕਸਾਈਟਡ ਵਾਲੀ, ਇਸ ਤੋਂ ਬਾਅਦ ਫਿਰ E1 E2। ਦੇਖੋ ਇਸ ਤਰ੍ਹਾਂ ਨਾਲ ਇੱਕ ਸਟੇਟ ਹੋਰ ਬਣੇਗੀ ਇਸ ਦੇ ਵਿੱਚ, E1 ਐਂਡ E2। ਹੁਣ ਇਸ ਦੇ ਵਿੱਚ ਦੇਖੋ ਕੀ ਹੈ, ਕੋਈ ਵੀ ਇਲੈਕਟ੍ਰੋਨ, ਜੋ ਅਗਰ ਆਪਾਂ ਗੱਲ ਕਰੀਏ, ਇਹ ਵੀ ਆਇਨਸਟਾਈਨ ਨੇ ਦਿੱਤੀਆਂ ਗਈਆਂ ਸੀ, ਜੋ ਦਿੱਤੀਆਂ ਗਈਆਂ ਸੀ ਅਮਿਸ਼ਨ ਬਾਰੇ। ਐਕਸਾਈਟਡ ਸਟੇਟ E2 ਦੇ ਵਿੱਚ ਪ੍ਰੈਜ਼ੈਂਟ ਹੈ, ਇਲੈਕਟ੍ਰੋਨ ਕਿੱਥੇ ਪ੍ਰੈਜ਼ੈਂਟ ਹੈ ਆਪਣੇ ਕੋਲ, E2 ਦੇ ਵਿੱਚ ਪ੍ਰੈਜ਼ੈਂਟ ਹੈ। ਜਦੋਂ ਕਿ ਅਗਰ ਆਪਾਂ ਗੱਲ ਕਰੀਏ, ਮੰਨ ਲਓ ਕੋਈ ਐਚ ਨਿਊ ਆਇਆ, ਇਹ ਬਿਫੋਰ ਅਮਿਸ਼ਨ ਹੈ, ਅਮਿਸ਼ਨ ਤੋਂ ਪਹਿਲਾਂ। ਹੁਣ ਐਚ ਨਿਊ ਇੱਕ ਹੋਰ ਆਪਾਂ ਨੇ ਕੀ ਕਰਵਾਤੀ, ਲਾਈਟ ਐਂਟਰ ਕਰਵਾਤੀ, ਫੋਟੋਨ ਐਂਟਰ ਕਰਵਾਤਾ। ਤਾਂ ਹੁਣ ਦੇਖੋ ਜਦੋਂ ਆਪਾਂ ਫੋਟੋਨ ਕਿਸੇ ਨੂੰ ਐਂਟਰ ਕਰਵਾਉਂਦੇ ਹਾਂ, ਤਾਂ ਉਹ ਤਾਂ ਉਸ ਜਗ੍ਹਾ ਤੇ ਹੀ ਰਹੂਗਾ, ਮੀਨਸ ਨੀਚੇ ਤਾਂ ਆਣਾ ਹੀ ਨਹੀਂ, ਕਿਉਂਕਿ ਨੀਚੇ ਤਾਂ ਐਕਸਾਈਟਡ ਸਟੇਟ ਤੋਂ ਗਰਾਊਂਡ ਸਟੇਟ ਤਾਂ ਆਣਗੇ ਨਾ, ਅਗਰ ਆਪਾਂ ਐਚ ਨਿਊ ਰਿਲੀਜ਼ ਕਰਵਾਵਾਂਗੇ। ਬਟ ਇੱਥੇ ਤਾਂ ਆਪਾਂ ਨੇ ਐਚ ਨਿਊ ਕੀ ਕਰਵਾਤਾ, ਉਹਨਾਂ ਨੂੰ ਗਿਵਨ, ਅਬਜ਼ੋਰਬ ਕਰਵਾਤਾ, ਉਹਨਾਂ ਨੂੰ ਦੇਤਾ। ਤਾਂ ਇਸ ਟਾਈਮ ਜਦੋਂ ਟ੍ਰਾਂਜ਼ੀਸ਼ਨਸ ਹੋਣਗੀਆਂ, ਇਸ ਵੇਲੇ ਕੀ ਬਣੇਗਾ, ਜਦੋਂ ਹੁਣ ਆਪਾਂ ਇਸ ਨੂੰ ਐਕਸਾਈਟਡ ਟੂ ਗਰਾਊਂਡ ਸਟੇਟ ਲੈ ਕੇ ਆਉਣਾ ਹੈ,
ਤਾਂ ਐਕਸਾਈਟਡ ਟੂ ਗਰਾਊਂਡ ਸਟੇਟ ਮੀਨਸ ਆਫਟਰ ਅਬਜ਼ੌਰਪਸ਼ਨ ਤਾਂ ਦੋ ਐਚ ਨਿਊ ਪਾਰਟੀਕਲਸ, ਦੋ ਫੋਟੋਨਸ ਕੀ ਹੋਣਗੇ ਆਪਣੇ ਕੋਲ ਰਿਲੀਜ਼ ਕੀਤੇ ਜਾਣਗੇ, ਦੋ ਐਚ ਨਿਊ ਆਪਣੇ ਕੋਲ ਕੀ ਕੀਤੇ ਜਾਣਗੇ, ਅਮਿਟ ਕੀਤੇ ਜਾਣਗੇ। ਇਹ ਕੀ ਆਪਣੇ ਕੋਲ ਕੇਸ ਆਫਟਰ ਅਮੀਸ਼ਨ ਕਰਨ ਤੋਂ ਬਾਅਦ। ਕਲੀਅਰ। ਦੇਖੋ ਹੁਣ ਕਿਵੇਂ ਕਿੱਦਾਂ ਬਣਿਆ ਇਹ, ਕੋਈ ਵੀ ਮੰਨ ਲਓ ਆਪਣੇ ਕੋਲ ਸਟੇਟ ਏ ਸਟਾਰ ਲੈ ਲਓ, ਜਿਵੇਂ ਅਗਰ ਆਪਾਂ ਗਰਾਊਂਡ ਸਟੇਟ ਦੀ ਗੱਲ ਕਰੀਏ, ਸੌਰੀ ਐਕਸਾਈਟਡ ਸਟੇਟ ਦੀ, ਜਦੋਂ ਆਪਾਂ ਨੇ ਐਚ ਨਿਊ ਦਿੱਤਾ ਤਾਂ ਆਪਣੇ ਕੋਲ ਏ ਤਾਂ ਬਣਿਆ ਹੀ, ਨੀਚੇ ਆ ਗਿਆ, ਨਾਲ ਕੀ ਹੋਇਆ, ਦੋ ਪਾਰਟੀਕਲਸ ਐਚ ਨਿਊ ਦੇ ਕੀ ਕੀਤੇ ਆਪਾਂ ਨੇ, ਰਿਲੀਜ਼ ਕਰਵਾਤੇ, ਅਮਿਸ਼ਨ ਕਰਵਾਤੀ। ਕਲੀਅਰ। ਇਸ ਵੇ ਦੇ ਨਾਲ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਕੀ ਬਣੇਗੀ, ਸਟਿਮੂਲੇਟਡ ਅਮਿਸ਼ਨ ਬਣੇਗਾ। ਕਿ ਇੱਕ ਦੇਖੋ ਜਦੋਂ ਤਾਂ ਆਪਾਂ ਨੇ ਐਚ ਨਿਊ ਫਸਟ ਪ੍ਰੋਵਾਈਡ ਕਰਵਾਤਾ ਤਾਂ ਉਹ ਐਕਸਾਈਟਡ ਦੀ ਐਕਸਾਈਟਡ 'ਤੇ ਰਹੀ। ਹੁਣ ਜਦੋਂ ਉਹਨੂੰ ਆਪਾਂ ਕੀ ਲੈ ਕੇ ਆਉਣਾ, ਗਰਾਊਂਡ ਸਟੇਟ ਦੇ ਵਿੱਚ ਲੈ ਕੇ ਆਉਣਾ, ਤਾਂ ਦੋ ਐਚ ਨਿਊ ਆਪਾਂ ਕੀ ਕਰਵਾਵਾਂਗੇ, ਦੋ ਫੋਟੋਨ ਕੀ ਹੋਣਗੇ, ਰਿਲੀਜ਼ ਹੋਣਗੇ, ਜੋ ਦੋਨੋਂ ਉਸ ਦੇ ਵਿੱਚ ਕੀ ਨੇ, ਪ੍ਰੈਜ਼ੈਂਟ ਹੈ। ਕਲੀਅਰ। ਆਈ ਹੋਪ ਤੁਹਾਨੂੰ ਇਹ ਚੀਜ਼ ਕੀ ਹੈ, ਕਲੀਅਰ ਹੋ ਚੁੱਕੀ ਹੈ। ਜੋ ਇਸ ਦੇ ਵਿੱਚ ਅਮਿਸ਼ਨ ਹੋਏਗੀ ਉਹ ਕਿੰਨੇ ਦੇ ਵਿੱਚ ਹੁੰਦੀ ਹੈ, ਕਿੰਨੇ ਟਾਈਮ ਦੇ ਲਈ ਹੁੰਦੀ ਹੈ, 10⁻⁻8 ਸੈਕਿੰਡ ਦੇ ਅਰਾਊਂਡ ਕੀ ਕੀਤੀ ਜਾਂਦੀ ਹੈ, ਇਸ ਤੋਂ ਵੀ ਘੱਟ, ਲੈਸ ਦੈਨ 10⁻⁻8 ਸੈਕਿੰਡ ਦੇ ਲਈ ਕੀ ਕੀਤੀ ਜਾਂਦੀ ਹੈ, ਅਚੀਵ ਕੀਤੀ ਜਾਂਦੀ ਹੈ। ਤਾਂ ਜਦੋਂ ਫੋਟੋਨ ਇਨਸੀਡੈਂਟ ਹੋਇਆ ਤਾਂ ਦੋ ਫੋਟੋਨਸ ਕੀ ਹੋਣਗੇ, ਅਮਿਟ ਕੀਤੇ ਜਾਣਗੇ। ਕਲੀਅਰ। ਆਈ ਹੋਪ ਤੁਹਾਨੂੰ ਇਹ ਚੀਜ਼ ਕੀ ਹੈ, ਕਲੀਅਰ ਹੋ ਚੁੱਕੀ ਹੈ। ਨੈਕਸਟ ਆਪਾਂ ਗੱਲ ਕਰਾਂਗੇ, ਦੇਖੋ ਪ੍ਰੋਪਰਟੀਜ਼ ਆਫ ਅਮਿਟਡ ਫੋਟੋਨ, ਜੋ ਫੋਟੋਨ ਰਿਲੀਜ਼ ਹੋਇਆ ਉਸਦੀ ਕੀ ਪ੍ਰੋਪਰਟੀਜ਼ ਹੋਣਗੀਆਂ। ਫਸਟ ਇੱਕ ਤਾਂ ਉਹ ਫੇਜ਼ ਦੇ ਵਿੱਚ ਹੋਣਗੀਆਂ, ਉਹਨਾਂ ਦਾ ਪਰਟੀਕੂਲਰ ਐਂਗਲ ਹੋਏਗਾ, ਫੇਜ਼ ਦੇ ਵਿੱਚ ਹੋਣਗੀਆਂ। ਸੈਕਿੰਡ ਵਨ, ਉਹਨਾਂ ਦੀ ਸੇਮ ਸਟੇਟ ਆਫ ਪੋਲਰਾਈਜੇਸ਼ਨ ਹੋਏਗੀ, ਸੇਮ ਸਟੇਟ ਆਫ ਪੋਲਰਾਈਜੇਸ਼ਨ ਹੋਏਗੀ, ਸੇਮ ਸਟੇਟ ਆਫ ਪੋਲਰਾਈਜੇਸ਼ਨ ਹੋਏਗੀ। ਨੈਕਸਟ ਅਗਰ ਥਰਡ ਦੀ ਮੈਂ ਗੱਲ ਕਰਾਂ, ਸੇਮ ਫ੍ਰੀਕੁਐਂਸੀ ਹੋਏਗੀ, ਸੇਮ ਵੈਲਿਊ ਕਿਸ ਦੀ ਹੋਏਗੀ, ਉਹਨਾਂ ਦੀ ਐਚ ਨਿਊ ਦੀ, ਸੇਮ ਫ੍ਰੀਕੁਐਂਸੀ ਹੋਏਗੀ। ਕਲੀਅਰ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਹੋਣਾ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਦੋਨੋਂ ਦੇ ਦੋਨੋਂ ਫੋਟੋਨ ਕੋਹਰੈਂਟ ਨੇਚਰ ਦੇ ਹੋਣਗੇ, ਆਪਸ ਦੇ ਵਿੱਚ ਕੋਹਰੈਂਟ ਪ੍ਰੋਪਰਟੀ ਕੀ ਕਰਨਗੇ, ਸ਼ੋ ਕਰਨਗੇ। ਕਲੀਅਰ। ਆਈ ਹੋਪ ਤੁਹਾਨੂੰ ਇਹ ਜੋ ਤਿੰਨੇ ਕੰਪੋਨੈਂਟ ਸੀਗੇ ਉਹ ਕਲੀਅਰ ਹੋ ਚੁੱਕੇ ਹਨ। ਨੈਕਸਟ ਆਪਾਂ ਨੈਕਸਟ ਟੌਪਿਕ ਦੀ ਗੱਲ ਕਰਦੇ ਹਾਂ, ਜੋ ਆਪਣੇ ਕੋਲ ਨੈਕਸਟ ਹੈ। ਹਾਂਜੀ, ਨੈਕਸਟ ਆਪਾਂ ਗੱਲ ਕਰਾਂਗੇ ਆਈਨਸਟਾਈਨ ਕੋਫੀਸ਼ੀਐਂਟ ਆਫ ਲੇਜ਼ਰ ਦੀ। ਦੇਖੋ ਇਹ ਵੀ ਇੰਪੋਰਟੈਂਟ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਲਈ। ਤਾਂ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰਾਂਗੇ, ਦੇਖੋ ਆਈਨਸਟਾਈਨ ਕੋਫੀਸ਼ੀਐਂਟ ਕੀ ਹੁੰਦੇ ਆ। ਆਈਨਸਟਾਈਨ ਕੋਫੀਸ਼ੀਐਂਟ ਮੈਥਮੈਟੀਕਲ ਕੁਆਂਟੀਟੀਜ਼ ਹੈ ਜੋ ਕੀ ਮੇਜ਼ਰ ਕਰਦੇ ਨੇ, ਪ੍ਰੋਬੇਬਿਲਿਟੀ ਆਫ ਅਬਜ਼ੌਰਪਸ਼ਨ ਔਰ ਅਮਿਸ਼ਨ ਆਫ ਲਾਈਟ ਬਾਈ ਐਨ ਐਟਮ ਔਰ ਮੋਲੀਕਿਊਲ। ਮੀਨਸ ਇਹ ਕੀ ਮੇਜ਼ਰ ਕਰਦੇ ਨੇ, ਪ੍ਰੋਬੇਬਿਲਿਟੀ ਕਿਸੇ ਵੀ ਐਟਮ ਦੀ, ਉਸ ਕਿਸੇ ਵੀ ਐਟਮ ਦੀ ਲਾਈਟ ਨੂੰ ਅਬਜ਼ੌਰਬ ਕਰਨ ਦੀ ਜਾਂ ਲਾਈਟ ਨੂੰ ਅਮਿਟ ਕਰਨ ਦੀ। ਦੇਖੋ ਆਪਾਂ ਹੁਣੇ ਪੜ੍ਹ ਕੇ ਚੁੱਕਿਆ ਸਪੌਂਟੇਨੀਅਸ ਅਮਿਸ਼ਨ ਕੀ ਹੁੰਦਾ, ਸਟਿਮੂਲੇਟਡ ਅਬਜ਼ੌਰਪਸ਼ਨ ਕੀ ਹੁੰਦਾ। ਉਹਨਾਂ ਦੇ ਵਿੱਚ ਆਪਾਂ ਇਹੀ ਗੱਲ ਕੀਤੀ ਸੀ, ਕੋਈ ਲਾਈਟ ਆ ਰਹੀ ਹੈ ਐਚ ਨਿਊ, ਇੱਕ ਵਾਰ ਕੀ ਹੋ ਰਿਹਾ, ਉਹ ਐਕਸਾਈਟਡ ਸਟੇਟ 'ਤੇ ਪਹੁੰਚਾ ਰਹੇ ਨੇ ਐਟਮ ਨੂੰ, ਸੈਕਿੰਡ ਟਾਈਮ ਕੀ ਹੈ ਉਹ ਗਰਾਊਂਡ ਸਟੇਟ 'ਤੇ ਆ ਰਿਹਾ। ਮੀਨਸ ਮੇਨ ਕੰਮ ਕੀ ਸੀ, ਅਬਜ਼ੌਰਪਸ਼ਨ ਜਾਂ ਅਮਿਸ਼ਨ ਹੋਣਾ ਲਾਈਟ ਦਾ, ਕਿਸ ਦੇ ਦੁਆਰਾ, ਕੋਈ ਐਟਮ ਜਾਂ ਮੋਲੀਕਿਊਲ ਦਾ। ਉਸ ਦੀ ਪ੍ਰੋਬੇਬਿਲਿਟੀ ਨੂੰ ਮੇਜ਼ਰ ਕਰਨ ਦੇ ਲਈ ਆਪਣੇ ਕੋਲ ਕੀ ਨੇ, ਆਈਨਸਟਾਈਨ ਕੋਫੀਸ਼ੀਐਂਟ ਹੈ। ਦੇਖੋ ਮੇਨ ਅਗਰ ਆਪਾਂ ਗੱਲ ਕਰੀਏ, ਆਪਣੇ ਕੋਲ ਆਈਨਸਟਾਈਨ ਕੋਫੀਸ਼ੀਐਂਟ ਕੀ ਨੇ, 3 ਨੇ, A21 B12 B21। 3 ਕੀ ਨੇ ਆਪਣੇ ਕੋਲ ਆਈਨਸਟਾਈਨ ਕੋਫੀਸ਼ੀਐਂਟ ਨੇ। ਦੇਖੋ ਜੋ ਇਹਦੇ ਵਿੱਚ ਆਪਾਂ 21 12 ਤੇ 21 ਨੂੰ ਡਿਸਕਸ ਕਰਾਂਗੇ। ਪਹਿਲਾਂ A B ਦਾ ਮਤਲਬ ਦੇਖੋ ਕੀ ਹੁੰਦਾ, ਜੋ A ਹੈ ਇਸ ਦੇ ਵਿੱਚ ਉਸ ਦਾ ਮਤਲਬ ਹੁੰਦਾ ਸਪੌਂਟੇਨੀਅਸ ਅਮਿਸ਼ਨ, ਐਂਡ B ਦਾ ਮਤਲਬ ਹੁੰਦਾ ਸਟਿਮੂਲੇਟਡ ਅਬਜ਼ੌਰਪਸ਼ਨ ਐਂਡ ਸਟਿਮੂਲੇਟਡ ਅਮਿਸ਼ਨ। ਇਹ ਚੀਜ਼ ਤੁਹਾਨੂੰ A B ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਇਹ ਕਿਸ ਨੂੰ ਰੀਪ੍ਰਜੈਂਟ ਕਰਦੀ ਹੈ। A ਰੀਪ੍ਰਜੈਂਟ ਕਰਦਾ ਸਟਿਮੂਲੇਟਡ ਸਪੌਂਟੇਨੀਅਸ ਅਮਿਸ਼ਨ ਨੂੰ, B ਰੀਪ੍ਰਜੈਂਟ ਕਰਦਾ ਸਟਿਮੂਲੇਟਡ ਅਬਜ਼ੌਰਪਸ਼ਨ ਐਂਡ ਸਟਿਮੂਲੇਟਡ ਅਮਿਸ਼ਨ ਨੂੰ। ਨੈਕਸਟ ਹੁਣ ਆਪਾਂ ਇਹਨਾਂ ਨੂੰ ਕੀ ਕਰਦੇ ਹਾਂ, ਡਿਸਕਸ ਕਰ ਲੈਂਦੇ ਹਾਂ। ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਆਪਾਂ ਗੱਲ ਕਰਾਂਗੇ ਕਿਸ ਦੀ, ਸਟਿਮੂਲੇਟਡ ਅਬਜ਼ੌਰਪਸ਼ਨ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਨੇ ਕੰਸੀਡਰ ਕਰਨਾ ਕਿ N1 ਐਂਡ N2 ਨੰਬਰ ਆਫ ਐਟਮਸ ਹੈ। N1 ਐਂਡ N2 ਕੀ ਨੇ ਆਪਣੇ ਕੋਲ, ਨੰਬਰ ਆਫ ਐਟਮਸ ਨੇ ਜੋ ਪਰ ਯੂਨਿਟ ਵੋਲਿਊਮ ਇਨ ਐਨਰਜੀ, number of atom per unit volume of energy,
ਸੌਰੀ ਵੋਲਿਊਮ ਇਨ એનર્ਜੀ ਸਟੇਟ ਕਿਹੜੀਆਂ 1 ਐਂਡ 2 ਦੇ ਵਿੱਚ ਕੀ ਨੇ ਵਿਦ એનર્ਜੀਜ਼ E1 ਐਂਡ E2 ਨਾਲ ਕੀ ਨੇ ਪ੍ਰੈਜ਼ੈਂਟ ਨੇ ਮੀਨਸ N1 ਤੇ N2 ਆਪਾਂ ਨੂੰ ਨੰਬਰ ਆਫ ਐਟਮਸ ਰੀਪ੍ਰੈਜ਼ੈਂਟ ਕਰਦੇ ਨੇ ਜੋ ਪਰ ਯੂਨਿਟ ਵੋਲਿਊਮ ਦੇ ਵਿੱਚ ਕੀ ਨੇ ਪ੍ਰੈਜ਼ੈਂਟ ਨੇ। ਦੇਖੋ ਇਹਦੇ ਵਿੱਚ ਮੇਨਲੀ ਆਪਾਂ ਨੇ ਐਟਮਸ ਨੂੰ ਕੰਸੀਡਰ ਕੀਤਾ ਜੋ ਇਕੁਇਲਿਬਰੀਅਮ ਸਟੇਟ ਦੇ ਵਿੱਚ ਨੇ ਜਿਨ੍ਹਾਂ ਦੀ ਫ੍ਰੀਕੁਐਂਸੀ ਕੀ ਹੈ ਆਪਣੇ ਕੋਲ ਨਿਊ ਹੈ ਐਂਡ ਅਗਰ ਆਪਾਂ ਗੱਲ ਕਰਾਂ ਤੇ ਉਹਨਾਂ ਦੀ ਡੈਂਸਿਟੀ ਕੀ ਹੈ ਆਪਣੇ ਕੋਲ ਯੂ ਨਿਊ ਜਾਂ ਮਿਊ ਨਿਊ ਕਹਿ ਸਕਦੇ ਹੋ ਐਟ ਟੈਂਪਰੇਚਰ ਟੀ। ਕਲੀਅਰ। ਇਹਨਾਂ ਦੇ ਵਿੱਚ ਹੁਣ ਦੇਖੋ ਆਪਾਂ ਅਗਰ ਡਿਸਕਸ਼ਨ ਕਰੀਏ ਕਿਸ ਦੀ ਸਟਿਮੂਲੇਟਡ ਅਬਜ਼ੌਰਪਸ਼ਨ ਦੀ ਕੋਈ ਵੀ ਐਟਮ ਹੈ ਸੌਰੀ ਹਾਂਜੀ ਕੋਈ ਐਟਮ ਹੈ ਐਨ ਐਟਮ ਹੈ ਜਿਸ ਦੀ ਲੋਅਰ એનર્ਜੀ ਆਪਣੇ ਕੋਲ ਕੀ ਹੈ E1 ਐਂਡ ਜਦੋਂ ਉਹ ਕੀ ਹੈ ਰੇਡੀਏਸ਼ਨ ਆਈ ਤਾਂ ਉਹ ਕਿੱਥੇ ਪਹੁੰਚ ਗਿਆ E2 ਦੇ ਵਿੱਚ ਪਹੁੰਚ ਗਿਆ ਐਕਸਾਈਟਡ ਸਟੇਟ ਦੇ ਵਿੱਚ ਹੋ ਗਿਆ ਕਿਸ ਦੇ ਵਿੱਚ E2 ਦੇ ਵਿੱਚ। ਦੇਖੋ ਆਪਾਂ ਸਟਿਮੂਲੇਟਡ ਅਬਜ਼ੌਰਪਸ਼ਨ ਹੁਣੇ ਕੀਤਾ ਸੀ ਉਸ ਦੇ ਵਿੱਚ ਕੀ ਹੁੰਦਾ ਸੀ ਪਹਿਲਾਂ ਉਹ ਗਰਾਊਂਡ ਸਟੇਟ ਦੇ ਵਿੱਚ ਪ੍ਰੈਜ਼ੈਂਟ ਸੀ ਜਿੱਦਾਂ ਹੀ ਐਚ ਨਿਊ ਉਸ ਨੂੰ ਲਾਈਟ ਪ੍ਰੋਵਾਈਡ ਹੋਈ ਫੋਟੋਨ ਪ੍ਰੋਵਾਈਡ ਕੀਤਾ ਤਾਂ ਉਹ ਕਿਸ ਦੇ ਵਿੱਚ ਪਹੁੰਚ ਗਿਆ ਐਕਸਾਈਟਡ ਸਟੇਟ ਦੇ ਵਿੱਚ E2 ਦੇ ਵਿੱਚ ਪਹੁੰਚ ਗਏ ਸੀ। ਹੁਣ ਦੇਖੋ 1 to 2 ਜਾ ਰਹੇ ਨੇ ਤਾਂ ਇਸ ਦਾ ਮਤਲਬ ਆਪਾਂ ਕੀ ਲਿਖਾਂਗੇ ਪ੍ਰੋਬੇਬਿਲਿਟੀ ਕੀ ਮੇਜ਼ਰ ਕਰਦੇ ਨੇ ਪ੍ਰੋਬੇਬਿਲਿਟੀ P12 ਡਾਇਰੈਕਟਲੀ ਪ੍ਰਪੋਰਸ਼ਨਲ ਹੋ ਗਏ ਜੋ ਨੰਬਰ ਆਫ ਪਾਰਟੀਕਲਸ ਨੰਬਰ ਆਫ ਅਗਰ ਆਪਾਂ ਗੱਲ ਕਰੀਏ ਐਟਮਸ ਪਰ ਯੂਨਿਟ ਵੋਲਿਊਮ ਪ੍ਰੈਜ਼ੈਂਟ ਨੇ N1 ਨਾਲ ਕੀ ਆ ਗਿਆ ਯੂ ਨਿਊ ਜੋ ਯੂ ਵੀ ਜੋ ਕੀ ਆਪਣੇ ਕੋਲ ਡੈਂਸਿਟੀ ਹੈ ਇਹ ਕੀ ਆਪਣੇ ਕੋਲ ਡੈਂਸਿਟੀ ਹੈ ਕਿਸ ਦੀ ਜੋ એનર્ਜੀ ਫੋਟੋਨਸ ਆਪਣੇ ਕੋਲ ਪ੍ਰੈਜ਼ੈਂਟ ਹੈ। ਹੁਣ ਦੇਖੋ ਡਾਇਰੈਕਟਲੀ ਪ੍ਰਪੋਰਸ਼ਨਲ ਹਟਾ ਕੇ ਮੈਂ ਕੋਈ ਨਾ ਕੋਈ ਕੌਨਸਟੈਂਟ ਲਗਾਉਂਗੀ P12 ਕੌਨਸਟੈਂਟ ਕੀ ਲੱਗ ਜੂਗਾ B12 ਇਸ ਦੇ ਵਿੱਚ ਦੇਖੋ ਆਪਾਂ ਨੇ B ਜੋ ਲਿਆ ਸੀ ਕਿਸ ਦੇ ਲਈ ਲਿਆ ਸੀ ਆਪਾਂ ਪਿੱਛੇ ਹੀ ਗੱਲ ਕੀਤੀ ਹੈ ਸਟਿਮੂਲੇਟਡ ਅਗਰ ਆਪਾਂ ਗੱਲ ਕਰੀਏ ਇੱਕ ਤਾਂ ਐਮਿਸ਼ਨ ਦੇ ਲਈ ਇੱਕ ਸਪੌਂਟੇਨੀਅਸ ਐਮਿਸ਼ਨ ਦੇ ਲਈ ਇਹ ਕੀ ਸੀ ਆਪਣੇ ਕੋਲ ਸਟਿਮੂਲੇਟਡ ਅਬਜ਼ੌਰਪਸ਼ਨ ਦੇ ਲਈ ਸੀ। ਕਲੀਅਰ। ਤਾਂ B12 ਆਪਾਂ ਨੇ ਲੈ ਲਿਆ B12 ਨਾਲ ਕੀ ਆ ਜਾਏਗਾ N1 UV ਤਾਂ B12 ਆਪਣੇ ਕੋਲ ਕੀ ਹੈ ਆਇਨਸਟਾਈਨ ਕੋਫੀਸ਼ੀਐਂਟ ਹੈ ਆਇਨਸਟਾਈਨ ਕੋਫੀਸ਼ੀਐਂਟ ਹੈ ਮੈਂ EC ਲਿਖ ਰਹੀ ਹਾਂ ਇਹ ਆਪਣੇ ਕੋਲ ਕੀ ਬਣ ਗਿਆ ਸਟਿਮੂਲੇਟਡ ਅਬਜ਼ੌਰਪਸ਼ਨ ਦਾ ਇੰਨਾ ਕਿ ਯਾਦ ਰੱਖਣਾ। ਨੈਕਸਟ ਆਪਾਂ ਗੱਲ ਕਰਦੇ ਹਾਂ ਸਪੌਂਟੇਨੀਅਸ ਐਮਿਸ਼ਨ ਦੀ। ਦੇਖੋ ਸਪੌਂਟੇਨੀਅਸ ਐਮਿਸ਼ਨ ਦਾ ਕੀ ਮਤਲਬ ਹੈ ਜਦੋਂ ਟ੍ਰਾਂਜ਼ੀਸ਼ਨ ਹੋ ਰਹੀਆਂ ਨੇ ਪਰ ਯੂਨਿਟ ਵੋਲਿਊਮ ਉਹ ਇੰਡੀਪੈਂਡੈਂਟ ਹੁੰਦੀਆਂ ਨੇ એનર્ਜੀ ਡੈਂਸਿਟੀ ਤੋਂ ਮੀਨ ਸਪੌਂਟੇਨੀਅਸ ਐਮਿਸ਼ਨ ਜਦੋਂ ਹੋਏਗੀ ਜਦੋਂ ਟ੍ਰਾਂਜ਼ੀਸ਼ਨਸ ਹੋਣਗੀਆਂ ਉਹ ਕੀ ਹੋਣਗੀਆਂ ਇੰਡੀਪੈਂਡੈਂਟ ਹੋਣਗੀਆਂ ਕਿਸ ਤੋਂ એનર્ਜੀ ਡੈਂਸਿਟੀ ਤੋਂ એનર્ਜੀ ਡੈਂਸਿਟੀ ਤੋਂ ਕੀ ਹੋਣਗੇ ਇੰਡੀਪੈਂਡੈਂਟ ਹੋਣਗੇ। ਹੁਣ ਦੇਖੋ ਸਪੌਂਟੇਨੀਅਸ ਐਮਿਸ਼ਨ ਦੇ ਵਿੱਚ ਆਪਾਂ ਕੀ ਗੱਲ ਕੀਤੀ ਸੀ ਜੋ ਆਪਣੇ ਕੋਲ ਐਕਸਾਈਟਡ ਸਟੇਟ ਦੇ ਵਿੱਚ ਐਟਮ ਇਲੈਕਟ੍ਰੋਨ ਪ੍ਰੈਜ਼ੈਂਟ ਹੈ ਉਹ ਕਿੱਥੇ ਆ ਜਾਏਗਾ ਗਰਾਊਂਡ ਸਟੇਟ ਦੇ ਵਿੱਚ ਕਦੋਂ ਆਏਗਾ ਜਦੋਂ ਉਹ ਕੀ ਕਰਨਗੇ ਐਚ ਨਿਊ ਨੂੰ ਰਿਲੀਜ਼ ਕਰ ਦੇਣਗੇ ਇਸ ਦੀ ਕੀ ਹੋ ਜਾਏਗੀ ਐਮਿਸ਼ਨ ਹੋ ਜਾਏਗੀ ਮੀਨਸ ਇਸ ਦੇ ਵਿੱਚ ਕੀ ਹੈ 2 to ਮਤਲਬ ਆਪਾਂ ਨੇ ਹਾਇਰ ਸਟੇਟ ਤੋਂ ਕਿੱਧਰ ਆਣਾ ਲੋਅਰ ਸਟੇਟ 1 ਤੱਕ ਆਣਾ ਇਸ ਦਾ ਮਤਲਬ P21 ਡਾਇਰੈਕਟਲੀ ਪ੍ਰਪੋਰਸ਼ਨਲ ਹੋ ਗਿਆ N2 ਨੰਬਰ ਆਫ ਐਟਮਸ ਜੋ ਪਰ ਯੂਨਿਟ ਵੋਲਿਊਮ ਪ੍ਰੈਜ਼ੈਂਟ ਹੈ। ਹੁਣ ਦੇਖੋ ਡਾਇਰੈਕਟਲੀ ਪ੍ਰਪੋਰਸ਼ਨਲ ਹਟਾ ਕੇ ਕੌਨਸਟੈਂਟ ਲੱਗੇਗਾ A21 ਕਿਉਂਕਿ ਐਮਿਸ਼ਨ ਦੇ ਲਈ ਆਪਾਂ ਕੀ ਯੂਜ਼ ਕਰ ਰਹੇ ਹਾਂ A21 ਦੇਖੋ ਮੈਂ ਇਹ ਸ਼ੋ ਕਰ ਦਿੰਦੀ ਹਾਂ ਆਪਣੇ ਕੋਲ A ਕਿਸ ਦੇ ਲਈ ਸੀ ਆਈ ਥਿੰਕ ਮੈਂ ਪਿੱਛੇ ਉਲਟ ਬੋਲ ਗਈ ਸੀ A ਕਿਸ ਦੇ ਲਈ ਸੀ ਸਪੌਂਟੇਨੀਅਸ ਐਮਿਸ਼ਨ ਦੇ ਲਈ ਹੈ ਔਰ ਆਪਣੇ ਕੋਲ ਸਟਿਮੂਲੇਟਡ ਅਬਜ਼ੌਰਪਸ਼ਨ ਐਂਡ ਐਮਿਸ਼ਨ ਦੇ ਲਈ ਕੀ ਹੈ B ਤਾਂ ਇਹ ਜੋ B ਸੀਗਾ ਇਹ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ ਕਿਸ ਦੇ ਲਈ ਸੀਗਾ ਜੋ ਸਟਿਮੂਲੇਟਡ ਅਬਜ਼ੌਰਪਸ਼ਨ ਕੀਤਾ ਹੁਣ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ ਸਪੌਂਟੇਨੀਅਸ ਐਮਿਸ਼ਨ ਦੀ ਗੱਲ ਕਰ ਰਹੇ ਹਾਂ। ਕਲੀਅਰ। ਕੀ ਆ ਗਿਆ ਆਪਣੇ ਕੋਲ A21 ਨਾਲ N2 ਆ ਜਾਏਗਾ ਡੈਂਸਿਟੀ ਤੋਂ ਇੰਡੀਪੈਂਡੈਂਟ ਹੈ ਮੈਂ ਤੁਹਾਨੂੰ ਦੱਸਿਆ ਸੀ ਇਸ ਲਈ ਇਹਦੇ ਵਿੱਚ ਡੈਂਸਿਟੀ ਨਹੀਂ ਲਵਾਂਗੇ। ਆਈ ਹੋਪ ਤੁਹਾਨੂੰ ਜੋ ਸੈਕਿੰਡ ਆਪਣੇ ਕੋਲ ਰਿਜ਼ਲਟ ਆਇਆ ਇਹ ਵੀ ਕੀ ਹੋ ਚੁੱਕਿਆ ਕਲੀਅਰ। ਇੱਕ ਰਿਜ਼ਲਟ ਆਪਣੇ ਕੋਲ ਲਾਸਟ ਆਹ ਵਾਲਾ ਆਇਆ ਇਹ ਤੁਸੀਂ ਧਿਆਨ 'ਚ ਰੱਖਿਓ ਥੋੜ੍ਹਾ ਜਿਹਾ। ਹਾਂਜੀ ਨੈਕਸਟ ਆਪਾਂ ਗੱਲ ਕਰਾਂਗੇ ਥਰਡ ਦੀ। ਥਰਡ ਕੀ ਹੈ ਦੇਖੋ ਸਟਿਮੂਲੇਟਡ ਐਮਿਸ਼ਨ ਹੈ ਸਟਿਮੂਲੇਟਡ ਐਮਿਸ਼ਨ ਹੈ ਇਸ ਦੇ ਵਿੱਚ ਜੋ ਟ੍ਰਾਂਜ਼ੀਸ਼ਨ ਹੋਣਗੀਆਂ ਪਰ ਯੂਨਿਟ ਵੋਲਿਊਮ ਦੀਆਂ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਕਿਸ ਦੇ ਹੋਣਗੇ એનર્ਜੀ ਡੈਂਸਿਟੀ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਕਿਸ ਦੇ ਹੋਣਗੇ એનર્ਜੀ ਡੈਂਸਿਟੀ ਦੇ। ਇਹਦੇ ਵਿੱਚ ਵੀ ਦੇਖੋ ਐਕਸਾਈਟਡ ਸਟੇਟ ਟੂ ਕੀ ਜਾਂਦੇ ਨੇ ਲੋਅਰ 2 ਐਚ ਨਿਊ ਕੀ ਹੁੰਦੇ ਨੇ ਜਦੋਂ ਰਿਲੀਜ਼ ਹੁੰਦੇ ਆ ਯਾਦ ਹੋਊਗਾ ਤੁਹਾਨੂੰ ਕਰਵਾਇਆ ਸੀ 2 ਐਚ ਨਿਊ ਰਿਲੀਜ਼ ਹੁੰਦੇ ਆ। ਤਾਂ ਹੁਣ ਦੇਖੋ ਇਹਦੇ ਵਿੱਚ ਐਨ ਨੰਬਰ ਆਫ ਕਿੰਨੇ ਨੇ ਅਗਰ ਆਪਾਂ ਗੱਲ ਕਰੀਏ ਐਟਮਸ N2U ਹੁਣ ਇਸ ਦਾ ਵੀ ਆਪਾਂ ਡਾਇਰੈਕਟਲੀ ਪ੍ਰਪੋਰਸ਼ਨਲ ਹਟਾ ਕੇ ਕੌਨਸਟੈਂਟ ਲਗਾਵਾਂਗੇ B21 ਕੀ ਆ ਜਾਏਗਾ N2U
ਨਾਲ ਕੀ ਆ ਜਾਏਗਾ ਆਪਣੇ ਕੋਲ ਯੂ ਨਿਊ ਮੀਨਸ ਆਪਣੇ ਕੋਲ એનર્ਜੀ ਡੈਂਸਿਟੀ ਆ ਜਾਏਗੀ। ਹੁਣ ਇਸ ਦੇ ਵਿੱਚ ਵੀ ਕੀ ਆ ਆਪਣੇ ਕੋਲ, ਇਹ ਕੀ ਹੋ ਗਿਆ ਸਟਿਮੂਲੇਟਡ ਅਮਿਸ਼ਨ ਦੇ ਲਈ, ਇਹ ਆਪਣੇ ਕੋਲ ਆਇਨਸਟਾਈਨ ਕੋਫੀਸ਼ੀਐਂਟ ਹੋ ਗਿਆ। ਇਹ ਤੁਸੀਂ ਕੀ ਰੱਖਣਾ, ਯਾਦ ਰੱਖਣਾ। ਇਹ ਆਪਣੇ ਕੋਲ ਕੀ ਆ ਗਿਆ, ਥਰਡ ਰਿਜ਼ਲਟ ਆ ਗਿਆ। ਕਲੀਅਰ ਹੋਇਆ? ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ। ਦੇਖੋ ਹੁਣ ਇਸ ਦੇ ਵਿੱਚ ਕੀ ਹੈ, ਇਸ ਦੇ ਜੋ ਆਪਾਂ ਨੇ ਤਿੰਨੇ ਕੀਤੇ ਹੈ, ਜਦੋਂ ਅਗਰ ਆਪਾਂ ਗੱਲ ਕਰੀਏ ਹੁਣ ਇਹ ਇਕੁਇਲਿਬਰੀਅਮ ਦੇ ਵਿੱਚ ਆ ਗਏ। ਹੁਣ ਆਪਣੇ ਕੋਲ ਪਹਿਲਾਂ ਤਾਂ ਤੁਹਾਨੂੰ ਇਹ ਸਮਝ ਆ ਗਿਆ ਕਿ ਆਇਨਸਟਾਈਨ ਕੋਫੀਸ਼ੀਐਂਟ ਕਿਹੜੇ ਕਿਹੜੇ ਆਪਣੇ ਕੋਲ, E12 E21 ਐਂਡ ਸੌਰੀ B21 B12 ਐਂਡ A21। ਹੁਣ ਅਗਰ ਇਹ ਕਿਸ ਦੇ ਵਿੱਚ ਆ ਜਾਂਦੇ ਆ, ਇਕੁਇਲਿਬਰੀਅਮ ਦੇ ਵਿੱਚ ਆ ਜਾਂਦੇ ਆ, ਤਾਂ P12 ਆਪਣੇ ਕੋਲ ਮੀਨਸ ਪ੍ਰੋਬੇਬਿਲਿਟੀ ਆਫ 1 2 ਕਿਸ ਦੇ ਇਕੁਅਲ ਹੋ ਜਾਏਗੀ, P21 ਪਲਸ P21 ਡੈਸ਼। ਕਲੀਅਰ? ਇੱਕ ਆਪਾਂ ਨੇ ਕਿਸ ਦੇ ਲਈ ਲੈ ਲਿਆ, ਸਪੌਂਟੇਨੀਅਸ ਅਮਿਸ਼ਨ ਦੇ ਲਈ, ਜੋ ਆਪਾਂ ਨੇ ਹੁਣੇ ਨਿਕਾਲਿਆ। ਇੱਕ ਆਪਾਂ ਨੇ ਕਿਸ ਦੇ ਲਈ ਲੈ ਲਿਆ, ਸਟਿਮੂਲੇਟਡ ਅਮਿਸ਼ਨ ਦੇ ਲਈ। ਕਲੀਅਰ? ਇਹ ਤੁਹਾਨੂੰ ਸਮਝ ਆ ਚੁੱਕਿਆ ਆਈ ਹੋਪ। ਤਾਂ ਇਸ ਦੇ ਵਿੱਚ ਤੁਸੀਂ ਕੀ ਕਰੋਗੇ, ਵੈਲਿਊਜ਼ ਨੂੰ ਪੁੱਟ ਕਰ ਦੋਗੇ। ਜਿਵੇਂ ਮੈਂ ਅਗਰ ਇਸ ਦੀ ਵੈਲਿਊ ਪੁੱਟ ਕਰਾਂ B12 N1 U V ਆਪਣੇ ਕੋਲ એનર્ਜੀ ਡੈਂਸਿਟੀ ਸੀ। ਨੈਕਸਟ ਕੀ ਆ ਜਾਊਗਾ B21 A21 N2 ਪਲਸ ਅਗਰ ਇਸ ਦੀ ਗੱਲ ਕਰੀਏ ਆਪਣੇ ਕੋਲ ਕੀ ਸੀ B21 N2 U। ਇਹ ਬਣ ਗਿਆ। ਹੁਣ ਦੇਖੋ ਆਪਾਂ ਵੈਲਿਊਜ਼ ਨੂੰ ਕੀ ਕਰਾਂਗੇ, ਇੱਕ ਸਾਈਡ ਲੈ ਜਾਵਾਂਗੇ ਤਾਂ ਆਪਣੇ ਕੋਲ ਕੀ ਬਣ ਜੂਗਾ, B12 ਮਾਈਨਸ B12 N1 ਮਾਈਨਸ B21 N2 ਕਾਮਨ ਕੀ ਨਿਕਲ ਗਿਆ ਆਪਣੇ ਕੋਲ U ਕੀ ਹੋ ਗਿਆ ਆਪਣੇ ਕੋਲ, ਡੈਂਸਿਟੀ ਕੀ ਹੋ ਗਈ, ਕਾਮਨ ਨਿਕਲ ਗਈ। ਦੂਸਰੀ ਸਾਈਡ ਇਕੁਅਲ ਟੂ ਦੇ ਵਿੱਚ ਕੀ ਰਹਿ ਗਿਆ ਆਪਣੇ ਕੋਲ, ਆਇਨਸਟਾਈਨ ਕੋਫੀਸ਼ੀਐਂਟ A21 ਐਂਡ N2। ਆਈ ਹੋਪ ਇੱਥੇ ਤੱਕ ਕਲੀਅਰ ਹੋ ਚੁੱਕਿਆ ਹੋਣਾ। ਹੁਣ ਅੱਗੇ ਦੇਖੋ ਤੁਸੀਂ U ਦੀ ਆਪਣੇ ਕੋਲ એનર્ਜੀ ਡੈਂਸਿਟੀ ਦੀ ਕੀ ਵੈਲਿਊ ਆ ਜਾਏਗੀ, ਜੋ ਆਪਾਂ A21 N2 ਅਪੋਨ ਡਿਵਾਈਡ ਦੇ ਵਿੱਚ ਕੀ ਆ ਜਾਏਗਾ ਆਪਣੇ ਕੋਲ B12 N1 ਮਾਈਨਸ B21 N2। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ। ਇਹ ਆਪਣੇ ਕੋਲ ਕਿਸ ਦੀ ਵੈਲਿਊ ਆ ਗਈ, એનર્ਜੀ ਡੈਂਸਿਟੀ ਦੀ। ਅੱਗੇ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ, ਵੈਲਿਊਜ਼ ਨਿਕਾਲ ਸਕਦੇ ਹੋ, ਈਜ਼ਲੀ ਸੋਲਵ ਹੋ ਜਾਣਗੀਆਂ। ਆਈ ਹੋਪ ਤੁਹਾਡਾ ਕੰਸੈਪਟ ਜੋ ਬੇਸਿਕ ਕੰਸੈਪਟ ਸੀ ਉਹ ਕਲੀਅਰ ਹੋ ਚੁੱਕਿਆ ਔਰ ਕੋਈ ਵੀ ਡਾਊਟ ਨਹੀਂ ਰਿਹਾ ਹੋਣਾ। ਦੇਖੋ ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ, ਅਗਰ ਇਸ ਨੂੰ ਹੁਣ ਅੱਗੇ ਵੀ ਸੋਲਵ ਕਰ ਸਕਦੇ ਹਾਂ। ਦੇਖੋ ਇਸ ਦੇ ਵਿੱਚੋਂ ਅਗਰ ਮੈਂ B21 ਨਾਲ ਕੀ ਹੈ ਡਿਵਾਈਡ ਕਰ ਦਾਂ ਤਾਂ ਇਸ ਨੂੰ ਮਤਲਬ ਅਗਰ ਆਪਾਂ ਕਾਮਨ ਕੱਢਣਾ ਚਾਹੀਏ ਕਿਵੇਂ ਬਣੇਗੀ ਇਸ ਦੀ ਸਟੇਟਮੈਂਟ, ਹਾਂਜੀ ਕੀ ਆ ਜਾਏਗਾ ਆਪਣੇ ਕੋਲ A21 ਅਪੋਨ, ਇੱਥੋਂ ਕਾਮਨ ਨਿਕਲ ਗਿਆ B21, ਉੱਪਰ ਕੀ ਰਹਿ ਜਾਏਗਾ 1, ਨੀਚੇ ਕੀ ਆ ਜਾਏਗਾ ਆਪਣੇ ਕੋਲ, ਇਸ ਦੇ ਵਿੱਚੋਂ ਹੁਣ ਕਾਮਨ ਨਿਕਾਲਿਆ B12 ਅਪੋਨ B21 N1 ਬਾਏ N2 -1। ਇਹ ਤੁਹਾਡੇ ਕੋਲ ਕੀ ਆ ਜਾਏਗੀ, ਵੈਲਿਊ ਆ ਜਾਏਗੀ। ਦੇਖੋ ਹੁਣ ਆਪਾਂ N1 ਬਾਏ N2 ਦੀ ਵੀ ਵੈਲਿਊ ਨਿਕਾਲ ਸਕਦੇ ਹਾਂ। ਕਿਸ ਤਰ੍ਹਾਂ ਨਿਕਾਲ ਸਕਦੇ ਹਾਂ, ਬੋਲਟਮੈਨ ਇਕੁਏਸ਼ਨ ਦੀ ਤਰ੍ਹਾਂ। ਜੇ ਬੋਲਟਮੈਨ ਨੇ ਆਪਾਂ ਨੂੰ ਗਿਵਨ ਸੀ, ਕੀ ਗਿਵਨ ਸੀ ਆਪਣੇ ਕੋਲ, N1 ਕਿਸ ਦੇ ਇਕੁਅਲ ਹੁੰਦਾ ਆਪਣੇ ਕੋਲ, E ਦੀ ਪਾਵਰ -E2 ਬਾਈ KT। ਐਂਡ ਆਪਣੇ ਕੋਲ ਸਿਮਿਲਰਲੀ ਅਗਰ ਮੈਂ ਗੱਲ ਕਰਾਂ N2 ਤਾਂ N1 ਕਿਸ ਦੇ ਇਕੁਅਲ ਆਏਗਾ, ਡਿਵਾਈਡ ਬਾਈ -E1 ਬਾਈ KT। ਹੁਣ ਇਸ ਨੂੰ ਤੁਸੀਂ ਸੋਲਵ ਕਰ ਸਕਦੇ ਹੋ ਈਜ਼ਲੀ, ਪਾਵਰਸ ਨੂੰ ਉੱਪਰ ਲੈ ਕੇ ਜਾ ਸਕਦੇ ਹੋ। ਤਾਂ ਤੁਹਾਡੇ ਕੋਲ ਜੋ N ਦੀ ਵੈਲਿਊ ਆਏਗੀ ਉਹ ਕਿਸ ਦੇ ਇਕੁਅਲ ਆ ਜਾਏਗੀ। ਅਗਰ ਮੈਂ ਗੱਲ ਕਰਾਂ ਦੇਖੋ E2 -E1 ਕੀ ਹੁੰਦਾ ਆਪਣੇ ਕੋਲ, H ਨਿਊ, ਉੱਪਰ ਬਣੇਗਾ KT। ਤੁਸੀਂ ਸੋਲਵ ਕਰ ਸਕਦੇ ਹੋ। ਇਹ ਕਿਸ ਦੀ ਵੈਲਿਊ ਆ ਜਾਏਗੀ ਆਪਣੇ ਕੋਲ, N1 ਬਾਈ N2 ਦੀ ਆ ਜਾਏਗੀ। ਇਸ ਨੂੰ ਕੀ ਕਰ ਦਾਂਗੇ ਆਪਾਂ, ਚੇਂਜ ਕਰ ਦਾਂਗੇ। ਕਲੀਅਰ? ਇਸ ਨੂੰ ਕੀ ਕਰ ਦਾਂਗੇ, ਚੇਂਜ। ਉੱਪਰ ਵੀ E2 E1 ਸੌਰੀ ਇੱਥੇ ਨਾ E1 ਆਈ ਥਿੰਕ ਇੱਥੇ ਤੁਸੀਂ ਚੇਂਜ ਕਰ ਲਓ, ਇੱਥੇ ਵੀ ਚੇਂਜ ਕਰ ਲਓ, ਜਸਟ ਅ ਸੈਕਿੰਡ ਰੁਕ ਜਾਓ। ਹਾਂਜੀ ਇੱਥੇ ਅਗਰ ਆਪਾਂ ਗੱਲ ਕਰੀਏ N2 ਬਾਈ ਅਗਰ N1 ਲੈਂਦੇ ਇੱਥੇ 21 ਆ ਜਾਏਗਾ। ਫਿਰ ਇਸ ਨੂੰ ਇਕੁਏਸ਼ਨ ਨੂੰ ਚੇਂਜ ਕਰ ਲਓ N1 ਬਾਈ N2 ਚ, ਮੀਨਸ ਇਹਨਾਂ ਨੂੰ ਰੈਸੀਪ੍ਰੋਕਲ ਕਰ ਲਓ। ਫਿਰ ਆਪਣੇ ਕੋਲ ਇਹ ਬਣ ਜਾਏਗਾ, ਕਿਉਂਕਿ E2 E1 ਬਣਾਉਣਾ ਹੈ ਨਾ, ਜੋ ਆਪਣੇ ਕੋਲ ਕਿਸ ਦੇ ਇਕੁਅਲ ਹੁੰਦਾ, H ਨਿਊ ਦੇ। ਕਲੀਅਰ? ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਫਿਰ ਨੈਗੇਟਿਵ ਸਾਈਨ ਦਾ ਕੀ ਹੋ ਜਾਏਗਾ, ਚੇਂਜ ਹੋ ਜਾਏਗਾ।
इस वे दे नाल अपने कोल N1/N2 ਦੀ ਵੈਲਿਊ ਆ ਗਈ। ਦੈਨ ਆਪਾਂ ਇਸ ਨੂੰ ਕੀ ਹੈ ਇਸ ਇਕੁਏਸ਼ਨ ਦੇ ਵਿੱਚ ਕੀ ਕਰ ਦਾਂਗੇ, ਜੋ ਲਾਸਟ ਆਪਾਂ ਇਕੁਏਸ਼ਨ ਨਿਕਾਲੀਏ ਇਸ ਦੇ ਵਿੱਚ ਕੀ ਕਰ ਦਾਂਗੇ, ਪੁੱਟ ਕਰ ਦਾਂਗੇ। ਦੇਖੋ ਪੁੱਟ ਕਰਨ ਤੋਂ ਬਾਅਦ ਆਪਣੇ ਕੋਲ ਕੀ ਬਣ ਜਾਏਗਾ, ਯੂ ਨਿਊ A21 B21 ऊपर की आ जाएगा 1, नीचे आ जाएगा अपने को एच न्यू बाय के टी नाल की आ जाएगा अपने को B12 अपॉन B21 -1। ये अपने को की बन जाएगी इक्वेशन बन जाएगी। आई होप तुहानू समझ आ चुकी है। नैक्सट देखो हुण प्लैंक्स रेडिएशन के अकॉर्डिंग प्लैंक्स रेडिएशनस की कहंदियां सी, प्लैंक्स रेडिएशन उन्होंने आपां नू की कहा सी, जो यू न्यू हुंदा वो किस दे इक्वल हुंदा 8π एच न्यू द क्यूब अपॉन सी क्यूब 1 अपॉन पी एच न्यू बाय के टी -1। ये अपने कोल किस दे अकॉर्डिंग सीगा, जो प्लैंक्स रेडिएशन सी, प्लैंक्स ला सी, उस दे अकॉर्डिंग अपने कोल की आ गई सी, वैल्यू आ गई। तो हुण इन्हां तो भी की कर सकते हैं आपां, वैल्यूज़ निकाल सकते हैं। देखो जदों इन्हां नूं आपां कंपेयर करवावांगे आपस दे विच तो अपने कोल A21 अपॉन B21 इन्हां दी अगर मैं वैल्यू की गल करा की बन जाएगी अपने कोल, जस्ट सैकेंड आप चेंज कर ले थोड़ा, 8π इज इक्वल टू 8π एच न्यू। देखो किहदे नाल कीता आपां, यू न्यू जो ऊपर वाली सी इन्हां दोनों नूं आपस दे विच की कीता कंपेयर कीता, क्योंकि लैफ्ट हैंड साइड इक्वल सी तो राइट हैंड साइड भी इक्वल हो जाएगी ना, तो ये इस दे इक्वल आ जाएगा। हुण इस तो अगर आपां गल करिए अपने कोल B12 अपॉन B21 किस दे इक्वल हो जाएगा 1 दे, B12 अपॉन B21 किस दे इक्वल हो जाएगा 1 दे। इसका मतलब B12 किस दे इक्वल हो जाएगा B21 दे, मीनस B दे ही इक्वल हो जाएगा। तो हुण अगर आप गल करिए तो यह की हो गया अपने कोल B21। देखो हुण अगर आप गल करिए अपने कोल B21 है, हुण B21 इज इक्वल टू की है B12। जो B12 है ये अपने कोल की है स्टिमुलेटेड अब्जॉर्प्शन है, जो B21 है ये अपने कोल की है देखो स्टिमुलेटेड अमीशन है, ये अपने कोल की है स्टिमुलेटेड अमीशन है। इसका मतलब की होया, इसका मतलब कि दोनों की हो गए इक्वल हो गए, कि प्रेजेंस इक्वल होए जदों आपां ने की किया इलैक्ट्रोमैगनैटिक रेडिएशनस की कीतियां प्रोवाइड करवाइयां, यदि प्रेजेंस दे विच जिहड़ी प्रोबेबिलिटी है स्टिमुलेटेड अमीशन ते स्टिमुलेटेड अब्जॉर्प्शन दी इत्थे ई कर लो, वो की होगी अपने कोल इक्वल होगी। ठीक है जी, की होगी इक्वल होगी। आई होप तुहानू कंसैप्ट की हो चुके हैं, क्लीयर हो चुके हैं। हुण इसे तो आपां की कर सकते हैं अगे भी सॉल्व कर सकते हैं। ਇਹਦੇ ਨਾਲ ਕੀ ਹੈ ਤੁਹਾਡੀ अगर मतलब अगर आप गल करिए A21 ऊपर वाली इक्वेशन नाल A21 अपॉन B21 वो किहदे डायरैक्टली प्रोपोर्शनल आ जाऊगी न्यू क्यूब दे। ठीक है जी, आई होप तुहानू क्लीयर हो चुके हैं। मतलब जो एनर्जी डिफरेंस सी E2 - E1 एच न्यू वो की सी अपने कोल अगर आप गल करिए दो स्टेट दे विचकार वो ज़्यादा होगा स्पॉन्टेनियस अमीशन दे विच एज कंपैरिजन टू स्टिमुलेटेड अमीशन दे विच। किस दे विच ज़्यादा होगा, स्टिमुलेट स्पॉन्टेनियस अमीशन दे विच की होएगा ज़्यादा होएगा एज कंपैरिजन टू स्टिमुलेटेड अमीशन दे विच, स्पॉन्टेनियस दे विच ज़्यादा होएगा। आई होप तुहानू सारा कंसैप्ट की हो चुका, क्लीयर हो चुका। अगर कोई डाउट होया तो तुसी कमेंट करके पूछ सकते हो। प्लीज़ लाइक करियो वीडियो नू, फीडबैक देना ना भुलियो तुहानू वीडियो किद्दां दी लगी, कंसैप्ट्स क्लीयर हो गए। अगर कोई डाउट होया तो आपां नैक्सट लैक्चर दे विच डिस्कस कर लांगे। फीडबैक ज़रूर दईओ, लाइक ज़रूर करियो, शेयर ज़रूर करियो अपने फ्रेंड्स दे नाल मैक्सीमम टू मैक्सीमम। थैंक यू।